ਸਤਿ ਸ੍ਰੀ ਅਕਾਲ ਤੇ ਸਭ ਨੂੰ ਪ੍ਰੇਮ ਭਰਾ ਨਮਸਕਾਰ। ਮੈਂ ਨੀਤੂ ਮਨਚੰਦਾ PSSM ਬਲੇਸਿੰਗ ਆਡੀਓ ਟੀਮ ਦੇ ਵੱਲੋਂ ਹਾਂ। ਅੱਜ ਮੈਂ ਇਸ ਆਡੀਓ ਵਿੱਚ ਤੁਹਾਡੇ ਸਭ ਦੇ ਨਾਲ ਸਾਡੇ ਪਿਆਰੇ ਪਿਤਾਮਾ ਬ੍ਰਹਮ ਰਿਸ਼ੀ ਪਤਰੀ ਜੀ ਦੁਆਰਾ ਲਿਖੀ ਕਿਤਾਬ ਕਰਮ ਸਿਧਾਂਤ ਤੋਂ ਸਮਰਥ ਮਾਰਗ ਯਾਨੀ ਸੱਚਾ ਮਾਰਗ ਦੇ ਬਾਰੇ ਵਿੱਚ ਜਾਣਕਾਰੀ ਸ਼ੇਅਰ ਕਰਾਂਗੀ। ਪਿਤਾਮਾ ਲਿਖਦੇ ਨੇ, ਸੱਚਾ ਮਾਰਗ ਲਹਿਰਾਂ ਦਾ ਸਿਰਜਣ ਕਰਕੇ ਖਿਚਾਵ ਦੀ ਤਾਕਤ ਦੇ ਨਾਲ ਦੂਜਿਆਂ ਨੂੰ ਆਪਣੇ ਔਰ ਖਿੱਚਦਾ ਹੈ। ਦੂਜੇ ਤੁਹਾਡੇ ਚੁਣੇ ਹੋਏ ਮਾਰਗ ਦਾ ਅਨੁਕਰਨ ਕਰਨ ਤੁਹਾਨੂੰ ਇਸ ਲਾਇਕ ਬਣਾ ਦਿੰਦਾ ਹੈ। ਇਸ ਲਈ ਕਿਸੇ ਨੂੰ ਮਜਬੂਰ ਨਾ ਕਰੋ। ਤੁਸੀਂ ਦੂਜਿਆਂ ਨੂੰ ਆਪਣੇ ਅਪਣਾਏ ਗਏ ਮਾਰਗ ਦੇ ਫਾਇਦੇ ਦੀ ਖੂਬੀਆਂ ਤੇ ਕੁਸ਼ਲਤਾ ਦੇ ਬਾਰੇ ਵਿੱਚ ਹੀ ਖਾਲੀ ਦੱਸਿਓ। ਮੈਂ ਤੁਹਾਨੂੰ ਇੱਕ ਪਰਿਚਿਤ ਮਿਸਾਲ 4 ਅੰਨੇ ਤੇ ਇੱਕ ਹਾਥੀ ਦੀ ਕਹਾਣੀ ਨਾਲ ਸਮਝਾਉਣਾ ਚਾਹਾਂਗੀ। ਚਾਰਾਂ ਵਿੱਚੋਂ ਇੱਕ ਬੰਦਾ ਹਾਥੀ ਦੇ ਅੰਗਾਂ ਨੂੰ ਛੂਹ ਕੇ ਆਪਣੇ ਗਿਆਨ ਦੇ ਮੁਤਾਬਿਕ ਉਹਦੇ ਬਾਰੇ ਵਿੱਚ ਸੋਚਦਾ ਹੈ। ਚਾਰੋਂ ਉਸਦੇ ਸਰੀਰ ਦਾ ਅਲੱਗ-ਅਲੱਗ ਵਰਣਨ ਦੱਸਦੇ ਨੇ। ਉਹਨਾਂ ਦਾ ਦੱਸਿਆ ਹੋਇਆ ਗਿਆਨ ਇੱਕ ਹੱਦ ਤੱਕ ਸਹੀ ਹੈ, ਕਿੰਤੂ ਹਾਥੀ ਦੇ ਆਕਾਰ ਦੇ ਬਾਰੇ ਵਿੱਚ ਇਸ ਤਰ੍ਹਾਂ ਦੱਸਣਾ ਸਾਰੇ ਸੱਚ ਦਾ ਇੱਕ ਹੀ ਹਿੱਸੇ ਨੂੰ ਸੱਚ ਮੰਨਣ ਦੇ ਬਰਾਬਰ ਹੈਗਾ। ਇਸ ਲਈ ਜ਼ਿਆਦਾਤਰ ਲੋਕ ਦੂਜਿਆਂ ਦੀ ਜਾਣਕਾਰੀ ਦਾ ਮੋਲ ਨਾ ਪਾ ਕੇ ਆਪਣੀ ਹੀ ਜਾਣਕਾਰੀ ਨੂੰ ਸੱਚ ਸਮਝਦੇ ਨੇ। ਪੂਰੀ ਸੱਚਾਈ ਨੂੰ ਜਾਣਨ ਵਾਸਤੇ ਸੋਚ ਸਮਝ ਦਾ ਦਾਇਰਾ ਵੱਡਾ ਹੋਣਾ ਚਾਹੀਦਾ ਹੈ। ਜਦ ਤੱਕ ਦੂਜਿਆਂ ਦੇ ਦੱਸੇ ਹੋਏ ਗਿਆਨ ਨੂੰ ਜਾਂ ਸੱਚ ਨੂੰ ਤੁਸੀਂ ਖੁਦ ਨਹੀਂ ਪਰਖ ਲੈਂਦੇ, ਨਾ ਹੀ ਉਹਨੂੰ ਸੱਚ ਸਮਝਿਓ ਨਾ ਤੇ ਝੂਠ। ਕੀ ਤੁਸੀਂ ਸੋਚ ਰਹੇ ਹੋ ਕਿ ਸੁੱਚੇ ਕਰਮ ਤੋਂ ਬਹੁਤ ਦੂਰ ਆ ਗਏ ਹਾਂ? ਨਹੀਂ, ਇਹ ਸਾਰੇ ਵਿਸ਼ੇ ਸੱਚੇ ਕਰਮ ਦਾ ਹੀ ਹਿੱਸਾ ਨੇ। ਤੁਸੀਂ ਆਪਣੇ ਆਪ ਨੂੰ ਜਾਣਦੇ ਹੋਏ ਸਾਧਨਾ ਕਰਦੇ ਹੋ, ਆਖਰੀ ਸੱਚ ਦੇ ਬਾਰੇ ਵਿੱਚ ਜ਼ਿਆਦਾ ਜਾਣਕਾਰੀ ਹਾਸਲ ਕਰਦੇ ਹੋ, ਵਿਗਿਆਨ ਅਤੇ ਗਿਆਨ ਨੂੰ ਇਕੱਠਾ ਕਰਦੇ ਹੋ। ਇਹ ਸਾਰੇ ਸੱਚੇ ਕਰਮ ਦੇ ਹਿੱਸੇ ਨੇ। ਇਸ ਸਭ ਦੇ ਬਾਰੇ ਵਿੱਚ ਅਸੀਂ ਕਿੰਨੀ ਜਾਣਕਾਰੀ ਹਾਸਲ ਕੀਤੀ ਹੈ ਅਤੇ ਕਿਸ ਤਰ੍ਹਾਂ ਉਹਨੂੰ ਇਸਤੇਮਾਲ ਕਰਦੇ ਹਾਂ, ਇਹ ਸਾਰੇ ਸੱਚੇ ਕਰਮ ਤੋਂ ਜੁੜੇ ਹੋਏ ਬੰਧਨ ਹੁੰਦੇ ਹਨ। ਇਹਨਾਂ ਦੇ ਨਾਲ ਹੀ ਸਾਡੀ ਇੱਛਾਵਾਂ ਦਾ ਫੈਸਲਾ ਹੁੰਦਾ ਹੈ। ਲਗਾਤਾਰ ਕੀਤੇ ਜਾਣ ਵਾਲੇ ਚੰਗੇ ਕੰਮਾਂ ਨਾਲ ਤੇ ਰੋਜ਼ ਧਿਆਨ ਕਰਨ ਨਾਲ ਮਨੁੱਖ ਨੂੰ ਮਨ ਦੇ ਮੁਤਾਬਿਕ ਵਿਗਿਆਨ ਦੀ ਜਾਣਕਾਰੀ ਹੁੰਦੀ ਹੈ। ਜੇ ਉਸ ਵਿਗਿਆਨ ਦਾ ਸਹੀ ਤਰੀਕੇ ਨਾਲ ਇਸਤੇਮਾਲ ਨਾ ਕੀਤਾ ਜਾਵੇ ਤੇ ਉਹ ਕਿਸੇ ਦੂਜੇ ਰਸਤੇ ਵੱਲ ਹੀ ਖਿੱਚ ਲਿਆ ਜਾਏਗਾ। ਆਤਮਾ ਦੇ ਵਾਸਤੇ ਉਹ ਗਲਤ ਰਸਤਾ ਹੋਏਗਾ। ਜੇ ਉਸ ਮਨੁੱਖ ਦਾ ਵਿਆਪਕ ਨਜ਼ਰੀਆ ਨਹੀਂ ਹੋਵੇਗਾ ਤੇ ਉਹਦੇ ਲੱਭੇ ਹੋਏ ਵਿਸ਼ਾ ਦੀ ਜਾਣਕਾਰੀ ਹੀ ਸੱਚ ਹੈਗੀ। ਇਸ ਗਲਤ ਸੋਚ ਦੇ ਕਾਰਨ ਉਹ ਦੂਜਿਆਂ ਨਾਲ ਤਰਕ ਵਿਤਰਕ ਕਰੇਗਾ। ਆਪਣੇ ਦੁਆਰਾ ਜਾਣੇ ਗਏ ਵਿਸ਼ਿਆਂ ਦੇ ਬਾਰੇ ਵਿੱਚ ਜ਼ਿਆਦਾ ਖੋਜ ਕਰਨ ਲੱਗੇਗਾ। ਉਹਨੂੰ ਉਹ ਸਭ ਜ਼ਿਆਦਾ ਮਾਤਰਾ ਵਿੱਚ ਮਿਲ ਵੀ ਜਾਵੇਗਾ। ਇਸ ਤਰ੍ਹਾਂ ਉਹ ਖਾਲੀ ਉਨੀ ਹੀ ਕੋਸ਼ਿਸ਼ ਕਰੇਗਾ ਜੋ ਉਹਦੇ ਵਿਸ਼ੇ ਨੂੰ ਜਾਣਨ ਵਾਸਤੇ ਮਦਦਗਾਰ ਹੋਵੇਗੀ। ਇਸ ਤਰ੍ਹਾਂ ਵਕਤ ਤੇ ਤਾਕਤ ਗਵਾ ਦਿੰਦਾ ਹੈ। ਆਪਣੇ ਖੋਜੇ ਹੋਏ ਵਿਸ਼ਿਆਂ ਨੂੰ ਦੂਜਿਆਂ ਨੂੰ ਦੱਸਣ ਵਿੱਚ ਉਹਨੂੰ ਬੜੀ ਖੁਸ਼ੀ ਹੋਏਗੀ। ਆਪਣਾ ਗਿਆਨ ਵੰਡਣਾ ਮਾੜਾ ਨਹੀਂ ਹੈਗਾ, ਲੇਕਿਨ ਮੈਂ ਹੀ ਖਾਲੀ ਸਹੀ ਹਾਂ, ਮੇਰੀ ਹੀ ਜਾਣਕਾਰੀ ਸੱਚੀ ਹੈਗੀ, ਮੈਂ ਹੀ ਵੱਡਾ ਮਾਨ ਹਾਂ, ਇਸ ਤਰ੍ਹਾਂ ਦੀ ਸੋਚ ਤੇ ਅੜ ਜਾਣੇ ਵਾਲੇ ਲੋਕ ਘਮੰਡੀ ਕਹਿਲਾਉਂਦੇ ਨੇ। ਪਰ ਜੇ ਤੁਸੀਂ ਬਹੁਤੀ ਮਿਹਨਤ ਕੀਤੀ ਹੈ ਤੇ ਤੁਸੀਂ ਦੂਜਿਆਂ ਨੂੰ ਆਪਣੇ ਕੰਮ ਤੇ ਆਪਣੇ ਭਾਸ਼ਣ ਨਾਲ ਆਸਾਨੀ ਨਾਲ ਸਮਝਾ ਸਕੋਗੇ। ਇਸ ਵਾਸਤੇ ਕਿਸੇ ਨੂੰ ਵੀ ਆਪਣੇ ਅਨੁਭਵ ਤੋਂ ਅਸਲੀ ਆਖਰੀ ਸੱਚ ਨੂੰ ਸਮਝੇ ਬਿਨਾਂ ਤੇ ਮੇਰੇ ਦੁਆਰਾ ਅਪਣਾਇਆ ਗਿਆ ਮਾਰਗ ਹੀ ਇਕੱਲਾ ਆਖਰੀ ਮਾਰਗ ਹੈ ਦੇ ਉੱਤੇ ਤਰਕ ਵਿਤਰਕ ਨਹੀਂ ਕਰਨਾ ਚਾਹੀਦਾ ਹੈ। ਤੁਸੀਂ ਜਿੰਨਾ ਗਿਆਨ ਹਾਸਲ ਕੀਤਾ ਹੈ ਬਸ ਓਨਾ ਹੀ ਦੂਜਿਆਂ ਨੂੰ ਦੱਸਿਓ। ਕੋਈ ਮਨ ਘੜੰਤ ਚੀਜ਼ਾਂ ਨਹੀਂ। ਇਹ ਸਭ ਗਲਤ ਫਹਿਮੀ ਤੇ ਗਲਤ ਗਿਆਨ ਦੇ ਪੈਦਾ ਹੋਣ ਦਾ ਕਾਰਨ ਹਨ। ਪਰਮਾਨੰਦ ਹੀ ਸਭ ਤੋਂ ਉੱਚੀ ਦਸ਼ਾ ਹੈ। ਪਰਮਾਨੰਦ ਸੰਤੋਖ ਤੋਂ ਵੀ ਉੱਚਾ ਹੈ। ਉਹਦੀ ਤੁਲਨਾ ਨਹੀਂ ਕੀਤੀ ਜਾ ਸਕਦੀ।
ਸਰਵਮ ਖਲਵਿਦਮ ਬ੍ਰਹਮਾ। ਇਸ ਭਾਵਨਾ ਵਿੱਚ ਰਹਿਣਾ ਹੀ ਸਭ ਤੋਂ ਉੱਚੀ ਸਥਿਤੀ ਹੈ। ਸਾਰਾ ਜਗਤ ਅਨੰਤ ਬ੍ਰਹਮਾ ਤੋਂ ਹੀ ਜਨਮਿਆ ਹੈ। ਬ੍ਰਹਮ ਵਿੱਚ ਹੀ ਰਮਦਾ ਹੈ। ਆਦਿ ਵੀ ਬ੍ਰਹਮ ਹੈ ਅਤੇ ਅੰਤ ਵੀ ਬ੍ਰਹਮ ਹੈ। ਸਭ ਕੁਝ ਬ੍ਰਹਮ ਹੈ। ਬ੍ਰਹਮ ਹੀ ਸਭ ਕੁਝ ਹੈਗਾ। ਸਾਰੇ ਜਗਤ ਨੂੰ ਇੱਕ ਸਮਾਨ ਦੇਖਦੇ ਹੋਏ, ਜਾਣਦੇ ਹੋਏ ਸਮਝਣਾ ਹੀ ਆਖਰੀ ਸਥਿਤੀ ਹੈਗੀ। ਸਭ ਕੁਝ ਇਸੇ ਛਣ ਵਿੱਚ ਹੈ ਅਤੇ ਹਮੇਸ਼ਾ ਵਾਸਤੇ ਹੈਗਾ। ਇਸ ਲਈ ਅੰਤਿਮ ਸਥਿਤੀ ਤੱਕ ਪਹੁੰਚਣ ਲਈ ਹਰੇਕ ਨੂੰ ਸਜਗਤਾ ਦੇ ਨਾਲ ਰਹਿਣਾ ਚਾਹੀਦਾ ਹੈ। ਜੇ ਤੁਹਾਡਾ ਕਿਸੇ ਸੱਚ ਨਾਲ ਸਾਹਮਣਾ ਹੋਇਆ, ਇਹ ਤਾਂ ਬਸ ਅਨੇਕ ਤਰ੍ਹਾਂ ਦੀ ਸੱਚਾਈਆਂ ਦੇ ਵਿੱਚੋਂ ਇੱਕ ਸੱਚ ਹੈਗਾ। ਅਸੀਮ ਸੱਚ ਨੂੰ ਖੋਜਣ ਦੇ ਰਸਤੇ ਵਿੱਚ ਜ਼ਿਆਦਾ ਸੱਚਾਈ ਦੀ ਜਾਣਕਾਰੀ ਹੁੰਦੀ ਏ। ਇਸ ਤਰ੍ਹਾਂ ਦੇ ਖਿਆਲ ਰੱਖਣੇ ਚਾਹੀਦੇ ਨੇ। ਸਾਨੂੰ ਹਮੇਸ਼ਾ ਜ਼ਿਆਦਾ ਤੋਂ ਜ਼ਿਆਦਾ ਗਿਆਨ ਪ੍ਰਾਪਤ ਕਰਨਾ ਚਾਹੀਦਾ ਹੈ। ਅਗਿਆਨ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਜੇ ਤੁਸੀਂ ਆਪਣੀ ਗਲਤ ਫਹਿਮੀਆਂ ਅਤੇ ਗਲਤ ਸਮਝ ਨੂੰ ਮਹੱਤਤਾ ਦੇਵੋਗੇ, ਆਪਣੇ ਪ੍ਰਾਪਤ ਗਿਆਨ ਦੀ ਉਸ ਤੋਂ ਰੱਖਿਆ ਨਹੀਂ ਕਰੋਗੇ, ਅਤੇ ਜਿਹੜੇ ਲੋਕ ਤੁਹਾਡੇ ਕਹੇ ਮਾਰਗ 'ਤੇ ਉੱਤੇ ਚੱਲਣਗੇ, ਤੁਸੀਂ ਹੀ ਉਹਨਾਂ ਦੀ ਤਰੱਕੀ, ਆਤਮ ਗਿਆਨ ਨੂੰ ਜਾਣਨ ਦੇ ਜਨਮ ਸਿੱਧ ਅਧਿਕਾਰ ਦੇ ਵਿੱਚ ਰੁਕਾਵਟ ਬਣੋਗੇ। ਤੁਸੀਂ ਉਹਨਾਂ ਦੀ ਤੁਹਾਡੇ ਤੋਂ ਵੀ ਅੱਗੇ ਵਧਣ ਦੀ ਛਮਤਾ ਨੂੰ ਵੀ ਰੋਕਣ ਦੇ ਜ਼ਿੰਮੇਵਾਰ ਹੋਵੋਗੇ। ਤੁਹਾਨੂੰ ਆਪਣੀ ਉੱਚੀ ਦਕਸ਼ਤਾ ਜਾਂ ਨਿਪੁੰਨਤਾ ਪਾਉਣ ਵਾਸਤੇ ਦੂਜਿਆਂ ਨੂੰ ਆਪਣੇ ਗਲਤ ਗਿਆਨ ਦਾ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਹੈ। ਚੰਗੇ ਕਰਮ ਬੁਰੇ ਕਰਮ ਕਰਨ ਦੀ ਆਜ਼ਾਦੀ ਨਹੀਂ ਦਿੰਦੇ। ਨਹੀਂ ਤੇ ਕਿਸ ਤਰ੍ਹਾਂ ਪੂਰੀ ਅਤੇ ਸਹੀ ਜਾਣਕਾਰੀ ਹਾਸਲ ਕਰੀਏ, ਇਹ ਸਿੱਖਣ ਵਾਸਤੇ ਫਿਰ ਤੋਂ ਜਨਮ ਲੈਣਾ ਪਊਗਾ। ਜ਼ਿਆਦਾ ਮਿਹਨਤ ਵੀ ਕਰਨੀ ਪਵੇਗੀ। ਹਰ ਛੋਟੇ ਤੋਂ ਛੋਟੇ ਸੱਚ ਦਾ, ਬਿਓਰੇ ਦਾ ਵਿਸਤ੍ਰਿਤ ਰੂਪ ਤੋਂ ਪ੍ਰਚਾਰ ਕਰਨਾ ਪਊਗਾ। ਤੁਹਾਡੇ ਪਿਛਲੇ ਜਨਮਾਂ ਵਿੱਚ ਤੁਹਾਡੇ ਦਿੱਤੇ ਗਏ ਅਗਿਆਨ ਦੇ ਕਾਰਨ ਅਨੇਕ ਜਾਂ ਜਿੰਨੇ ਵੀ ਲੋਕਾਂ ਦੇ ਮਨ ਵਿੱਚ ਗਲਤ ਵਿਚਾਰ ਜਾਂ ਅਗਿਆਨ ਆਇਆ, ਉਹਨਾਂ ਨੂੰ ਇਸ ਜੀਵਨ ਵਿੱਚ ਉਸ ਤਰ੍ਹਾਂ ਦੇ ਗਲਤ ਵਿਚਾਰਾਂ ਜਾਂ ਅਗਿਆਨ ਦੇ ਪਹਾੜ ਨੂੰ ਦੂਰ ਕਰਨ ਲਈ ਬਹੁਤੀ ਮਸ਼ੱਕਤ ਕਰਨੀ ਪਊਗੀ। ਜਿੰਨੇ ਲੋਕਾਂ ਦੇ ਮਨ ਵਿੱਚ ਗਲਤ ਸਮਝ ਰੂਪੀ ਬੀਜ ਬੋਇਆ ਗਿਆ, ਉਸ ਤੋਂ ਕਈ ਜ਼ਿਆਦਾ ਮਾਤਰਾ ਵਿੱਚ ਲੋਕਾਂ ਦੀ ਸ਼ੰਕਾਵਾਂ ਨੂੰ ਜਦ ਤੱਕ ਤੁਸੀਂ ਦੂਰ ਨਹੀਂ ਕਰ ਦਿੰਦੇ, ਇਹ ਕਰਮ ਚੱਕਰ ਤੁਹਾਡਾ ਪਿੱਛਾ ਨਹੀਂ ਛੱਡੂਗਾ। ਇਸ ਲਈ ਸਦਾ ਸੱਚ ਹੀ ਬੋਲੋ। ਕਿਸੇ ਇੱਕ ਸਮੁਦਾਇ ਦੇ ਨੇੜੇ ਆਉਣ ਲਈ ਸੱਚ ਨੂੰ ਜ਼ਿਆਦਾ ਉੱਜਲ ਦਿਖਾਉਣ ਦੀ ਕੋਸ਼ਿਸ਼ ਕਰਨ ਨਾਲ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਪ੍ਰਗਤੀ ਨਹੀਂ ਹੁੰਦੀ। ਇਸ ਨੂੰ ਚੰਗੀ ਤਰ੍ਹਾਂ ਸਮਝਿਓ ਕਿ ਸੱਚ ਨੂੰ ਮਨਗੜੰਤ ਖਿਆਲ ਨਾਲ ਜੋੜਨ ਦੇ ਕਾਰਨ ਤੁਸੀਂ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹੋ। ਅੱਜ ਦੇ ਲਈ ਇੰਨਾ ਹੀ। ਅੱਗੇ ਦੀ ਜਾਣਕਾਰੀ ਅਸੀਂ ਅਗਲੇ ਆਡੀਓ ਵਿੱਚ ਕਰਾਂਗੇ। ਧੰਨਵਾਦ ਦੋਸਤੋ।